ਇਹ ਰਿਹਾਸ ਪਿੰਡ ਦਾ ਇਹ ਹੈ ਕਿ ਡੇਰੇ ਨਾਲੋਂ ਕੋਈ ਵੀ ਪਿੰਡ ਦਾ ਬੰਦਾ ਉੱਚੀ ਘਰ ਦੀ ਇਮਾਰਤ ਨਹੀਂ ਪਾ ਸਕਦਾ। ਜੇਕਰ ਕੋਈ ਇਮਾਰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਕੁੱਲ ਦਾ ਨਾਸ ਹੋ ਜਾਂਦਾ ਹੈ, ਉਸ ਦੇ ਘਰ ਦੇ ਵਿੱਚ ਨੁਕਸਾਨ ਹੁੰਦਾ ਹੈ, ਉਸ ਦੇ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ। 5 ਮੰਜ਼ਲੀ ਇਮਾਰਤ ਬਣਾਈ ਹੋਈ ਹੈ। ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਇਹ ਡੇਰੇ ਦੇ ਬਰਾਬਰ ਕੋਈ ਵੀ ਆਪਣੇ ਘਰ ਦੀ ਇਮਾਰਤ, ਕੋਈ ਵੀ ਆਪਣੇ ਘਰ ਦੀ ਕੋਠੀ ਜਾਂ ਚੁਬਾਰਾ ਨਹੀਂ ਪਾ ਸਕਦਾ। ਇਹਦੇ ਤੋਂ ਛੋਟੇ ਲੈਵਲ ਤੇ ਹੀ ਚੁਬਾਰਾ ਪੈਂਦਾ ਹੈ, ਇਹ ਤੋਂ ਛੋਟੇ ਲੈਵਲ ਤੇ ਹੀ ਕੋਈ ਘਰ ਪੈਂਦਾ ਹੈ। ਕਿੰਨੀ ਕਮਾਨਤਾ ਹੁੰਦੀ ਹੈ ਇਸ ਡੇਰੇ ਦੀ? ਇੱਥੇ ਜੋ ਪਿੰਡ ਚੁਰੇ ਜਨਮ ਲਿਆ, ਚਾਹੇ ਉਹ ਬਾਹਰਲੇ ਮੁਲਕ ਵੀ ਚਲਾ ਜਾਵੇ, ਅਮਰੀਕਾ, ਕੈਨੇਡਾ, ਫਰਾਂਸ, ਕਿਤੇ ਵੀ ਚਲਿਆ ਜਾਵੇ, ਜੋ ਵੀ ਉਹ ਕਾਰੋਬਾਰ ਦਾ ਵਾਧੇ ਬਾਰੇ ਸੋਚਦਾ, ਜਾਂ ਉਹਨਾਂ ਦੇ ਬੱਚਾ ਪੈਦਾ ਹੁੰਦਾ ਤੇ ਬੱਚੇ ਦਾ ਵਿਆਹ ਹੁੰਦਾ, ਇਸ ਸੰਤਾਂ ਦੀ ਮਾਨਤਾ ਕਰਨੀ ਪੈਂਦੀ ਹੈ, ਜਿਸ ਨੂੰ ਅਸੀਂ ਰੋਟੀ ਕਹਿੰਦੇ ਆ। ਜੋ ਇੱਥੋਂ ਗਏ ਨੇ, ਬਾਹਰ ਰਹਿੰਦੇ ਨੇ, ਉਹਨਾਂ ਨੂੰ ਉਰੇ ਆ ਕੇ ਮੰਨਤਾਂ ਕਰਨੀ ਪੈਣੀ ਆ। ਉੱਥੇ ਜਿਵੇਂ ਹੋਰ ਕਿਤੇ ਜਾ ਕੇ ਆ ਕਿ ਉੱਥੋਂ ਅਰਦਾਸ ਕਰ ਦਿਓ, ਉਹ ਚੀਜ਼ ਨਹੀਂ। ਉਰੇ ਉਹਨਾਂ ਨੂੰ ਹਾਜ਼ਰ ਉਰੇ ਆ ਕੇ ਹੀ ਉਹਨਾਂ ਦੀ ਰੋਟੀ ਮਨਜ਼ੂਰ ਹੋਣੀ ਆ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੂਜੀ ਜਾਂ ਤੀਜੀ ਮੰਜ਼ਿਲ ਹੋ ਸਕਦੀ ਹੈ, ਪਰ ਕਿਤੇ ਵੀ ਚੌਥੀ ਜਾਂ ਪੰਜਵੀਂ ਮੰਜ਼ਿਲ ਪਿੰਡ ਦੇ ਵਿੱਚ ਨਜ਼ਰ ਨਹੀਂ ਆਊਗੀ, ਕਿਉਂਕਿ ਡੇਰੇ ਨੂੰ 5 ਮੰਜ਼ਿਲਾ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ। ਤੇ ਫਿਰ ਜਦੋਂ ਇਹ 5ਵੀਂ ਮੰਜ਼ਿਲ ਬਣਾਈ ਤਾਂ ਬਜ਼ੁਰਗ ਬਾਬਿਆਂ ਅੱਗੇ ਅਰਦਾਸ ਕੀਤੀ ਗਈ। ਹਾਂਜੀ, ਜਦੋਂ ਇਹਦੀ ਨਿਉਂ ਧਰੀ ਉਦੋਂ ਵੀ ਅਰਦਾਸ ਕੀਤੀ, ਜਦੋਂ ਇਹਦਾ ਲੈਂਟਰ ਪਿਆ ਉਦੋਂ ਵੀ ਅਰਦਾਸ ਕੀਤੀ। ਅਰਦਾਸ ਤੋਂ ਬਿਨਾ ਕੋਈ ਵੀ ਚੀਜ਼ ਇੱਥੇ ਸੰਭਵ ਨਹੀਂ ਹੈਗੀ। ਰਹੱਸਮਈ ਪਿੰਡ ਦਾ ਡੇਰਾ ਪਿੰਡ ਝਨੇੜੀ, ਜ਼ਿਲ੍ਹਾ ਸੰਗਰੂਰ ਦੇ ਵਿੱਚ ਲੈ ਕੇ ਆਇਆ। ਇਹ ਰਹੱਸ ਪਿੰਡ ਦਾ ਇਹ ਹੈ ਕਿ ਡੇਰੇ ਨਾਲੋਂ ਕੋਈ ਵੀ ਪਿੰਡ ਦਾ ਬੰਦਾ ਉੱਚੀ ਘਰ ਦੀ ਇਮਾਰਤ ਨਹੀਂ ਪਾ ਸਕਦਾ। ਜੇਕਰ ਕੋਈ ਇਮਾਰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਕੁੱਲ ਦਾ ਨਾਸ ਹੋ ਜਾਂਦਾ ਹੈ, ਉਸ ਦੇ ਘਰ ਦੇ ਵਿੱਚ ਨੁਕਸਾਨ ਹੁੰਦਾ ਹੈ, ਉਸ ਦੇ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ। ਇਹ ਪਿੰਡ ਦੇ ਰਹੱਸ ਬਾਰੇ ਜਾਣਾਂਗੇ ਕਿ ਇਸ ਦੇ ਪਿੱਛੇ ਦਾ ਰਹੱਸ ਕੀ ਹੈ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਡੇਰੇ ਨੂੰ 4 ਤੋਂ 5 ਮੰਜ਼ਿਲਾ ਬਣਾ ਦਿੱਤਾ ਤੇ ਹੁਣ ਇਹ ਪਿੰਡ ਦੇ ਵਿੱਚ 2 ਮੰਜ਼ਿਲਾਂ ਤੱਕ ਲੋਕ ਆਪਣੀ ਘਰ ਦੀ ਇਮਾਰਤ ਪਾ ਸਕਦੇ ਆ। ਕੀ ਇਹਦੇ ਪਿੱਛੇ ਦਾ ਰਹੱਸ ਹੈ ਤੇ ਕੀ ਕਾਰਨ ਹੈ, ਪਿੰਡ ਦੇ ਲੋਕਾਂ ਤੋਂ ਜਾਣਦੇ ਹਾਂ ਤੇ ਆਓ ਸੁਣਦੇ ਹਾਂ। ਸੋ ਇਹ ਡੇਰਾ ਪਿੰਡ ਝਨੇੜੀ ਦਾ, ਜ਼ਿਲ੍ਹਾ ਸੰਗਰੂਰ, ਬਾਬਾ ਮਾਧੋ ਦਾਸ ਜੀ ਦਾ ਇਹ ਡੇਰਾ ਹੈ, ਜਿੱਥੇ ਅਸੀਂ ਤੁਹਾਨੂੰ ਜਾਣੂ ਕਰਵਾਇਆ ਕਿ ਕੋਈ ਵੀ ਇਹ ਡੇਰੇ ਤੋਂ ਉੱਪਰ ਇਮਾਰਤ ਨਹੀਂ ਪਾ ਸਕਦਾ। ਇਹ ਸਾਡੇ ਨਾਲ ਬਜ਼ੁਰਗ ਖੜ੍ਹੇ ਆ ਇੱਥੋਂ ਦੇ ਪੁਰਾਣੇ, ਉਹਨਾਂ ਤੋਂ ਇਹ ਇਤਿਹਾਸ ਜਾਣਦੇ ਆ। ਪਹਿਲਾਂ ਤਾਂ ਇਹ ਡੇਰੇ ਬਾਰੇ ਦੱਸੋ ਤੇ ਜਿਹੜੀ ਇਹ ਡੇਰੇ ਦੇ ਵਿੱਚ ਬਣਾਈ ਗਈ ਹੈ, ਇਹ ਕੀ ਚੀਜ਼ ਹੈ? ਇਹ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਝਿੜੀ ਹੈ ਜੀ, ਇੱਥੇ ਬਾਬਾ ਮਾਧੋ ਦਾਸ ਜੀ ਪਹਿਲਾਂ ਪਿੰਡ ਸੇਖੇ ਦੇ ਵਿੱਚ ਬੈਠੇ ਤੇ ਉੱਥੇ ਗੁਰੂ ਤੇਗ ਬਹਾਦਰ ਜੀ ਆਏ। ਫਿਰ ਬਾਬਾ ਮਾਧੋ ਦਾਸ ਜੀ ਉਰੇ ਸਾਡੇ ਪਿੰਡ ਆ ਗਏ। ਜਦੋਂ ਇੱਥੇ ਬਹੁਤ ਵੱਡਾ ਜੰਗਲ ਸੀਗਾ, ਹੀਸ ਮਲੇ ਬਹੁਤ ਵੱਡੇ ਵੱਡੇ ਤੇ, ਜੋ ਕਿ ਉਹ ਇੱਥੇ ਫਿਰਦੇ ਤੁਰਦੇ ਜਦੋਂ ਆਏ, ਇੱਕ ਭੇਡ ਸੂਣ ਵਾਲੀ ਤੀ, ਉਹਦੇ ਮਗਰ ਬਘਿਆੜ ਪੈ ਗਿਆ। ਉਹ ਬਘਿਆੜ ਕੰਨ ਤੋਂ ਫੜ ਕੇ ਨਹੀਂ ਭੇਡ ਨੂੰ ਮੂਹਰੇ ਲਾ ਲੈਂਦਾ, ਉਹਦੇ ਬੱਸ ਵਿੱਚ ਨਹੀਂ ਆਈ ਬਘਿਆੜ ਦੇ। ਬਾਬਾ ਜੀ ਫਿਰਦੇ ਤੁਰਦਿਆਂ ਨੇ ਜੋ ਦੇਖਿਆ ਇਹ ਸੀਨ, ਬਾਬਾ ਜੀ ਕਹਿੰਦੇ ਵੀ ਇਹ ਜਗ੍ਹਾ ਤਪੱਸਿਆ ਕਰਨ ਵਾਲੀ ਜਗ੍ਹਾ ਹੈਗੀ। ਫਿਰ ਬਾਬਾ ਜੀ ਇਸ ਹੀਸ ਥੱਲੇ ਬੈਠ ਗਏ। ਹੀਸ ਥੱਲੇ ਜਦੋਂ ਬਾਬਾ ਜੀ ਬੈਠ ਗਏ, ਘਰਿਆਚੋਂ ਨਗਰ ਦੀ ਇੱਕ ਅਫਸਰ ਝੋਟੀ ਆਉਂਦੀ। ਅਫਸਰ ਝੋਟੀ ਆ ਕੇ ਇਹ ਹੀਸ ਥੱਲੇ ਆ ਕੇ ਜਦੋਂ ਬਾਬਾ ਜੀ ਕੋਲੇ ਆ ਜਾਂਦੀ, ਬਾਬਾ ਜੀ ਤੂੰਬੀ ਥੱਲੇ ਰੱਖ ਦਿੰਦੇ। ਉਹ ਤੂੰਬੀ ਜਦੋਂ ਦੁੱਧ ਦੀ ਭਰ ਜਾਂਦੀ, ਉਹ ਅਫਸਰ ਝੋਟੀ ਵਾਪਸ ਹੋ ਜਾਂਦੀ। ਜੋ ਉਹ ਅਫਸਰ ਝੋਟੀ ਦਾ ਜੋ ਮਾਲਕ ਸੀ, ਉਹਨੇ ਪਿੱਛਾ ਕੀਤਾ, ਆ ਕੇ ਜਦੋਂ ਮਗਰ ਦੇਖਿਆ, ਫਿਰ ਬਾਬਾ ਜੀ ਨੂੰ ਆ ਕੇ ਦੇਖਿਆ ਜਦੋਂ ਵੀ ਬਾਬਾ ਜੀ ਤੁਸੀਂ ਝੋਟੀ ਨਾ ਬੁਲਾਇਆ ਕਰੋ, ਮੈਂ ਦੁੱਧ ਇੱਥੇ ਲੈ ਕੇ ਆਇਆ ਕਰੂੰ। ਫਿਰ ਉਹ ਸਮੇਤ ਹਾਰੀ ਦੁੱਧ ਦੀ ਇੱਥੇ ਲੈ ਕੇ ਆ ਜਾ ਕਰਦੇ ਤੇ ਸੰਤਾਂ ਨੂੰ ਪਿਲਾ ਕੇ ਫਿਰ ਵਾਪਸ ਹੋ ਜਾਂਦੇ। ਹਾਂਜੀ। ਸੋ ਜੇ ਮੈਂ ਦੂਸਰੀ ਸਾਈਡ ਦਿਖਾਵਾਂ ਦਰਸ਼ਕਾਂ ਨੂੰ ਤਾਂ ਇਹ 5 ਮੰਜ਼ਲੀ ਇਮਾਰਤ ਬਣਾਈ ਹੋਈ ਹੈ। ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ
ਇਹ ਡੇਰੇ ਦੇ ਬਰਾਬਰ ਕੋਈ ਵੀ ਆਪਣੇ ਘਰ ਦੀ ਇਮਾਰਤ, ਕੋਈ ਵੀ ਆਪਣੇ ਘਰ ਦੀ ਕੋਠੀ ਜਾਂ ਚੁਬਾਰਾ ਨਹੀਂ ਪਾ ਸਕਦਾ। ਇਹਦੇ ਤੋਂ ਛੋਟੇ ਲੈਵਲ ਤੇ ਹੀ ਚੁਬਾਰਾ ਪੈਂਦਾ ਹੈ, ਇਹ ਤੋਂ ਛੋਟੇ ਲੈਵਲ ਤੇ ਹੀ ਕੋਈ ਘਰ ਪੈਂਦਾ ਹੈ। ਜੇ ਪਾ ਵੀ ਲੈਂਦਾ ਹੈ ਕੋਈ ਅੜੀ ਦੇ ਵਿੱਚ ਜਾਂ ਉਂਝ, ਤਾਂ ਉਹਦਾ ਨੁਕਸਾਨ ਹੋ ਜਾਂਦਾ ਹੈ। ਉਹਦੀ ਜਿਹੜੀ ਕੁੱਲ ਹੈ ਉਹਦੇ ਘਰ ਵਾਧਾ ਨਹੀਂ ਹੁੰਦਾ, ਉਹਦੀ ਕੁੱਲ ਦੇ ਅੰਦਰ ਵਾਧਾ ਨਹੀਂ ਹੁੰਦਾ, ਉਹਦੇ ਘਰ ਪੁੱਤਰ ਦੀ ਦਾਤ ਵੀ ਨਹੀਂ ਹੁੰਦੀ। ਸੋ ਇਹ ਗੱਲ ਬਾਰੇ ਜਾਣਦੇ ਹਾਂ। ਪਹਿਲਾਂ ਇਹ ਦੱਸੋ ਕਿ ਇਹ ਇਮਾਰਤ ਜਿਹੜੀ 4-5 ਮੰਜ਼ਲੀ ਬਣਾਈ ਗਈ ਹੈ, ਇਹ ਬਾਅਦ ਚੋਂ ਬਣਾਈ ਗਈ ਹੈ ਜਾਂ ਪਹਿਲਾਂ 4-5 ਮੰਜ਼ਲੀ ਸੀ? ਪਹਿਲਾਂ 3 ਮੰਜ਼ਲਿਆਂ ਤੇ ਜੀ। ਅੱਛਾ ਪਹਿਲਾਂ ਜਦੋਂ ਹੁੰਦੀਆਂ ਸੀ, ਜਿਨ੍ਹਾਂ ਨੇ ਫਿਰ ਬਰਾਬਰ ਪਾਈ ਇਹਦੇ ਉਹ ਔਖੇ ਹੋਏ। ਅੱਛਾ ਫਿਰ ਉਦੋਂ ਬਾਅਦ ਇਹ ਜਦ ਪੁਰਾਣੀ ਹੋ ਗਈ, ਪੁਰਾਣੀ ਦੇ ਨਾਲ ਹੁਣ ਇਹ ਆਇਆ ਸਮਾਂ ਢਾਹ ਕੇ ਬਣਾਉਣ ਦੀ। ਇਹਦੇ ਜਦੋਂ ਹੁਣ ਸਮਾਂ ਆ ਕੇ ਉਹਦੇ ਕੀਤੀ ਤਾਂ ਇਹ ਫਿਰ 4 ਮੰਜ਼ਲਾਂ ਬਣਾਈਆਂ ਗਈਆਂ ਵੀ 3 ਤਾਂ ਕੋਈ ਵੀ ਪਾ ਸਕੇ ਨਗਰ 'ਚ। ਹੁਣ 3 ਮੰਜ਼ਲਾਂ ਸਾਡੇ ਨਗਰ ਦੇ ਵਿੱਚ ਪਾ ਸਕਦਾ, ਚੌਥੀ ਬਰਾਬਰ ਨਹੀਂ ਇਹਦੇ ਪਾ ਸਕਦਾ। ਹਾਂ, ਜਿਹੜੀ ਜਦੋਂ ਇਹ 3 ਮੰਜ਼ਲੀ ਸੀ ਤਾਂ ਫਿਰ ਕਈਆਂ ਨੇ ਅੜੀ ਵੀ ਕੀਤੀ ਕਿਸੇ ਨੇ? ਹਾਂ, ਦੋ ਪਈਆਂ ਸਾਡੇ, 2 ਪਈਆਂ, ਇੱਕ ਢਾਉਣੀ ਪਈ, ਇੱਕ ਹਲੇ ਐਂ ਪਈ ਹੈ। ਹਾਂ, ਤਾਂ ਉਹਦੇ ਵਿੱਚ ਕੋਈ ਵਸਦਾ ਨਹੀਂ ਹੈਗਾ, ਉਹ ਜਗ੍ਹਾ ਇਦਾਂ ਹੀ ਪਈ ਹੈ। ਤੇ ਨੁਕਸਾਨ ਬਜ਼ੁਰਗੋ ਕੀ ਹੋ ਜਾਂਦਾ ਹੈ? ਨੁਕਸਾਨ ਤਾਂ ਜੀ ਆਪਣੇ ਆਪਾਂ ਕਬੀਲਦਾਰ ਬੰਦਿਆਂ, ਕਈ ਵਾਰੀ ਆਪਣੀ ਕਬੀਲਦਾਰੀ ਪਿੱਛੇ ਨੂੰ ਜਾਣ ਲੱਗ ਜਾਂਦੀ ਹੈ, ਉਹ ਵੀ ਇੱਥੇ ਵਹਿਮ ਹੈ ਜੀ। ਕਈ ਵਾਰੀ ਕਿਸੇ ਦੇ ਲਾਦ ਨਹੀਂ ਹੁੰਦੀ, ਬਸ ਇਹੀ ਜਿਹੀਆਂ ਗੱਲਾਂ ਫਿਰ ਸੰਤ ਜੋ ਜਿਨ੍ਹਾਂ ਤੇ ਕਰੋਪੀ ਹੋ ਜਾਂਦੀ ਹੈ ਉਹ ਕਰ ਦਿੰਦੇ ਨੇ। ਤੇ ਫਿਰ ਜਦੋਂ ਇਹ 5ਵੀਂ ਮੰਜ਼ਲ ਬਣਾਈ ਤਾਂ ਬਜ਼ੁਰਗ ਬਾਬਿਆਂ ਅੱਗੇ ਅਰਦਾਸ ਕੀਤੀ ਗਈ? ਹਾਂਜੀ, ਜਦੋਂ ਇਹਦੀ ਨਿਉਂ ਧਰੀ ਉਦੋਂ ਵੀ ਅਰਦਾਸ ਕੀਤੀ, ਜਦੋਂ ਇਹਦਾ ਲੈਂਟਰ ਪਿਆ ਉਦੋਂ ਵੀ ਅਰਦਾਸ ਕੀਤੀ। ਅਰਦਾਸ ਤੋਂ ਬਿਨਾ ਕੋਈ ਵੀ ਚੀਜ਼ ਇੱਥੇ ਸੰਭਵ ਨਹੀਂ ਹੈਗੀ। ਤੇ ਇਹ ਜਿਹੜੀ ਇਹ ਤਾਂ ਬਿਲਕੁਲ ਨਵੀਂ ਇਮਾਰਤ ਲੱਗ ਰਹੀ ਹੈ ਕਿ ਨਵੇਂ ਡੇਰੇ ਦੇ ਵਿੱਚ ਨਵੀਂ ਇਮਾਰਤ ਬਣਾਈ ਗਈ ਹੈ? ਪਹਿਲਾਂ ਇੱਥੇ ਕੀ ਸੀ? ਪਹਿਲਾਂ ਇੱਥੇ ਹਵੇਲੀ ਤੀ, ਪੁਰਾਣੀ ਛੋਟੀਆਂ ਇੱਟਾਂ ਦੀ ਜੀ, ਜਿਨ੍ਹਾਂ ਨੂੰ ਸਨਾਮੀ ਇੱਟ ਕਹਿੰਦੇ ਨੇ। ਹਾਂ, ਉਹਨਾਂ ਦੀ ਹਵੇਲੀ ਤੀ ਜੀ, ਉਹ ਸੰਤਾਂ ਨੇ ਬਣਾਈ ਸੀ। ਹਾਂਜੀ। ਤੇ ਜੇ ਮੈਂ ਗੱਲਬਾਤ ਤੁਹਾਡੇ ਨਾਲ ਕਰਾਂ ਕਿ ਕਿੰਨੀ ਕਮਾਨਤਾ ਹੁੰਦੀ ਹੈ ਇਸ ਡੇਰੇ ਦੀ? ਇੱਥੇ ਜੋ ਪਿੰਡ ਚੂਰੇ ਜਨਮ ਲਿਆ, ਚਾਹੇ ਉਹ ਬਾਹਰਲੇ ਮੁਲਕ ਵੀ ਚਲਾ ਜਾਵੇ, ਅਮਰੀਕਾ, ਕੈਨੇਡਾ, ਫਰਾਂਸ, ਕਿਤੇ ਵੀ ਚਲਿਆ ਜਾਵੇ, ਜੋ ਵੀ ਉਹ ਕਾਰੋਬਾਰ ਦਾ ਵਾਧੇ ਬਾਰੇ ਸੋਚਦਾ, ਜਾਂ ਉਹਨਾਂ ਦੇ ਬੱਚਾ ਪੈਦਾ ਹੁੰਦਾ ਤੇ ਬੱਚੇ ਦਾ ਵਿਆਹ ਹੁੰਦਾ, ਇਸ ਸੰਤਾਂ ਦੀ ਮਾਨਤਾ ਕਰਨੀ ਪੈਂਦੀ ਹੈ, ਜਿਸ ਨੂੰ ਅਸੀਂ ਰੋਟੀ ਕਹਿੰਦੇ ਹਾਂ। ਹਾਂ, ਉਹ ਬਾਹਰਲੇ ਮੁਲਕ ਵਾਲੇ ਉਰੇ ਆ ਕੇ ਡੇਰੇ 'ਚ ਕਰਦੇ ਨੇ, ਤੇ ਜੋ ਉਰੇ ਵਾਸੀ ਨੇ ਪੰਜਾਬ ਵਾਸੀ, ਤਾਂ ਉਹ ਆਪਣੇ ਘਰ ਵੀ ਲਿਜਾ ਸਕਦੇ ਨੇ। ਤੇ ਕਿਹੜੀਆਂ ਧਾਰਾਵਾਂ ਜੁੜੀਆਂ ਹੋਈਆਂ ਨੇ? ਜੇਕਰ ਕਿਸੇ ਦੇ ਬੱਚਾ ਨਾ ਹੁੰਦਾ ਹੋਵੇ, ਉਹ ਵੀ ਇੱਥੇ ਆਉਂਦਾ ਹੈ? ਕਿਹੜੇ ਲੋਕ ਆਉਂਦੇ ਇੱਥੇ? ਬੱਚੇ ਤਾਂ ਦੁਖੀ ਤਾਂ ਹਰ ਇੱਕ ਲੋਕ ਆਉਂਦੇ ਨੇ, ਬੱਚੇ ਵਾਸਤੇ ਵੀ ਆਉਂਦੇ ਨੇ, ਆਪਦੇ ਘਰ ਦੇ ਕਾਰੋਬਾਰ ਦੇ ਵਾਧੇ ਵਾਸਤੇ ਵੀ ਆਉਂਦੇ ਨੇ। ਤੇ ਜਾਨੀ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ? ਹਾਂਜੀ, ਜੋ ਇੱਥੋਂ ਗਏ ਨੇ, ਬਾਹਰ ਰਹਿੰਦੇ ਨੇ, ਉਹਨਾਂ ਨੂੰ ਉਰੇ ਆ ਕੇ ਮੰਨਤਾਂ ਕਰਨੀ ਪੈਣੀ ਆ। ਉੱਥੇ ਜਿਵੇਂ ਹੋਰ ਕਿਤੇ ਜਾ ਕੇ ਆ ਕਿ ਉੱਥੋਂ ਅਰਦਾਸ ਕਰ ਦਿਓ, ਉਹ ਚੀਜ਼ ਨਹੀਂ। ਉਰੇ ਉਹਨਾਂ ਨੂੰ ਹਾਜ਼ਰ ਉਰੇ ਆ ਕੇ ਹੀ ਉਹਨਾਂ ਦੀ ਰੋਟੀ ਮਨਜ਼ੂਰ ਹੋਣੀ ਆ। ਹਾਂ। ਤੇ ਜਾਨੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਆ ਜਾਂ ਜਿਹੜੇ ਪਿੱਛੋਂ ਆਏ ਆ, ਉਹਨਾਂ ਨੂੰ ਇਹਨਾਂ ਬਜ਼ੁਰਗਾਂ ਦੀ ਮੰਨਤਾ ਕਰਨੀ ਪੈਂਦੀ ਹੈ? ਕਰਨੀ ਪੈਂਦੀ ਆ, ਹਾਂਜੀ। ਸੋ ਇਹ ਪਿੰਡ ਦਾ ਇਤਿਹਾਸ ਹੈ, ਪਿੰਡ ਝਨੇੜੀ ਦਾ, ਜ਼ਿਲ੍ਹਾ ਸੰਗਰੂਰ ਦਾ। ਜਿਵੇਂ ਅਸੀਂ ਪਹਿਲਾਂ ਗੱਲ ਆਖੀ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਡੇਰੇ ਤੋਂ ਉੱਚੀ ਇਮਾਰਤ ਨਹੀਂ ਪਾ ਸਕਦਾ। ਜੇਕਰ ਕੋਈ ਇਮਾਰਤ ਪਾ ਲੈਂਦਾ ਹੈ, ਜਾਂ ਤਾਂ ਉਸਦੇ ਘਰ ਪੁੱਤਰ ਦੀ ਦਾਤ ਨਹੀਂ ਹੁੰਦੀ, ਜਾਂ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ, ਜਾਂ ਉਹਦੀ ਕੁੱਲ ਅੱਗੇ ਨਹੀਂ ਵੱਧ ਪਾਉਂਦੀ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕੋਈ ਵੀ ਬਰਾਬਰ ਦੇ ਡੇਰੇ ਦੇ ਇਮਾਰਤ ਨਹੀਂ ਬਣਾਈ ਗਈ ਪਿੰਡ ਵਾਲਿਆਂ ਵੱਲੋਂ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੂਜੀ ਜਾਂ ਤੀਜੀ ਮੰਜ਼ਿਲ ਹੋ ਸਕਦੀ ਹੈ, ਪਰ ਕਿਤੇ ਵੀ ਚੌਥੀ ਜਾਂ 5ਵੀਂ ਮੰਜ਼ਿਲ ਪਿੰਡ ਦੇ ਵਿੱਚ ਨਜ਼ਰ ਨਹੀਂ ਆਊਗੀ, ਕਿਉਂਕਿ ਡੇਰੇ ਨੂੰ 5 ਮੰਜ਼ਿਲਾ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ। ਜੇਕਰ ਕੋਈ ਦੂਜੀ ਮੰਜ਼ਿਲ ਪਾ ਵੀ ਲੈਂਦਾ ਤਾਂ ਡੇਰੇ ਦੇ ਬਰਾਬਰ ਫਿਰ ਵੀ ਨਾ ਹੋਵੇ। ਜੇ ਕੋਈ ਤੀਜੀ ਮੰਜ਼ਿਲ ਵੀ ਪਾ ਲੈਂਦਾ ਹੈ ਤਾਂ ਡੇਰੇ ਦੇ ਇੱਕ ਛੱਤ ਨੀਵੀਂ ਰੱਖਣੀ ਪੈਂਦੀ ਹੈ। ਤਾਂ ਇਹ ਪਿੰਡ ਦੀਆਂ ਦੂਰ ਦੂਰ ਦੀਆਂ ਤਸਵੀਰਾਂ ਤੁਹਾਨੂੰ ਕੈਮਰੇ ਤੇ ਦਿਖਾ ਰਿਹਾ। ਉਮੀਦ ਹੈ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਣੀ ਹੈ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।